Hello everybody. I had quickly had time, so ਮੈਂ ਸੋਚਿਆ ਕਿ ਮੈਂ ਲਾਈਵ ਸੈਸ਼ਨ ਕਰ ਦੇਵਾਂ। ਥੈਂਕ ਯੂ। ਆਈ ਨੋ ਤੁਹਾਡੇ ਸਾਰਿਆਂ ਦੇ ਬਹੁਤ ਜ਼ਿਆਦਾ ਕੁਐਸਚਨ ਲਾਈਨ ਅਪ ਹੋਏ ਪਏ ਨੇ। ਮੈਂ ਕੋਸ਼ਿਸ਼ ਕਰ ਰਿਹਾ ਕਰੂੰਗੀ ਕਿ ਇਹਨਾਂ ਲਾਈਵ ਸੈਸ਼ਨਸ ਦੇ ਰਾਹੀਂ ਅਸੀਂ ਉਹਨਾਂ ਕੁਐਸਚਨਸ ਨੂੰ ਡਿਸਕਸ ਕਰ ਸਕੀਏ, ਉਹਨਾਂ ਦਾ ਜਵਾਬ ਦੇ ਸਕੀਏ। ਹਾਂਜੀ, ਇੱਕ ਕੁਐਸਚਨ ਸਾਡੇ ਕੋਲ ਆਇਆ ਹੋਇਆ ਸੀਗਾ ਕਿ ਉਹਨਾਂ ਨੇ ਕਿਹਾ ਕਿ ਮੈਂ ਕਾਫੀ ਵੀਡੀਓਜ਼ ਵੀ ਵੇਖਦੀ ਹਾਂ, ਫਿਰ ਵੀ ਜਿਹੜਾ ਕਈ ਵਾਰ ਮੇਰਾ ਵਿਵਹਾਰ ਆਪਣੇ ਬੱਚੇ ਪ੍ਰਤੀ ਜਾਂ ਆਪਣੇ ਪਾਰਟਨਰ ਪ੍ਰਤੀ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਇਸ ਬੁਰੇ ਵਿਵਹਾਰ ਨੂੰ ਰੋਕਣ ਦੀ। ਐਂਡ ਕਈ ਵਾਰ ਰੁਕਦਾ ਨਹੀਂ ਗਾ, ਕਈ ਵਾਰ ਮੈਂ ਬਹੁਤ ਉੱਚੀ ਬੋਲ ਦਿੰਦੀ ਹਾਂ ਜਾਂ ਸਕਰੀਮ ਕਰਦੀ ਹਾਂ। ਸੋ ਇਸ ਬੁਰੇ ਵਿਵਹਾਰ ਨੂੰ ਮੈਂ ਕਿਵੇਂ ਰੋਕਣ ਦੀ ਕੋਸ਼ਿਸ਼ ਕਰਦੀ ਹਾਂ, ਪਰ ਮੈਂ ਰੋਕ ਨਹੀਂ ਸਕਦੀ। ਐਂਡ ਸਭ ਤੋਂ ਜਿਹੜੀ ਸਾਡੀ ਜਿਸ ਚੀਜ਼ ਬਾਰੇ ਸਾਨੂੰ ਸੋਚਣਾ ਪਊਗਾ ਕਿ ਇੱਕ ਬੁਰੇ ਵਿਵਹਾਰ ਨੂੰ ਅਸੀਂ ਇੱਕ ਬੁਰਾ ਵਿਵਹਾਰ ਕਹਿ ਕੇ ਉਹਨੂੰ ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਅਸੀਂ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਐ ਇੱਥੇ ਹੀ ਸਾਡਾ ਡਿਫੈਕਟ ਆ। ਸੋ ਜਿਹੜਾ ਇੱਕ ਬੁਰਾ ਵਿਵਹਾਰ ਆ ਉਹ ਸਾਨੂੰ ਸਾਡੇ ਬਾਰੇ ਬਹੁਤ ਕੁਝ ਸਿਖਾਉਂਦਾ। ਬੁਰਾ ਵਿਵਹਾਰ ਅਸੀਂ ਸਾਰੇ ਕਰਦੇ ਹਾਂ, ਮੈਂ ਵੀ ਆਪਣੇ ਰਿਸ਼ਤਿਆਂ ਦੇ ਵਿੱਚ ਕਰਦੀ ਹਾਂ, ਤੁਸੀਂ ਵੀ ਕਰਦੇ ਹੋਗੇ। ਕਈ ਵਾਰ ਇਸ ਇਸ ਥਿਊਰੀ ਨੂੰ ਜਾਣਨ ਦੇ ਬਾਅਦ ਵੀ ਅਸੀਂ ਰਿਸ਼ਤਿਆਂ ਦੇ ਵਿੱਚ ਬੁਰਾ ਵਿਵਹਾਰ ਕਰਦੇ ਹਾਂ। ਅਸੀਂ ਕਈ ਵਾਰ ਬਲੇਮ ਸਿਚੁਏਸ਼ਨ ਚਲੇ ਜਾਂਦੇ ਹਾਂ, ਕਈ ਵਾਰ ਅਸੀਂ ਮਾਨਸਿਕ ਅਟੈਕ ਕਰਦੇ ਹਾਂ ਇੱਕ ਦੂਸਰੇ 'ਤੇ। ਸੋ ਅਸੀਂ ਸਾਰੇ ਕਰਦੇ ਹਾਂ, ਪਰ ਅਸੀਂ ਜਿਹੜਾ ਉਹ ਬੁਰਾ ਵਿਵਹਾਰ ਆ ਉਹਨੂੰ ਇੱਕ ਰੀਸੋਰਸ ਨਹੀਂ ਮੰਨਦੇ। ਉਹਨੂੰ ਇਹ ਮੰਨਦੇ ਨਹੀਂ ਕਿ ਅਸੀਂ ਉਸ ਬੁਰੇ ਵਿਵਹਾਰ ਦੇ ਵਿੱਚੋਂ ਵੀ ਮੋਤੀ ਨਿਕਲ ਸਕਦੇ, ਉਸ ਬੁਰੇ ਵਿਵਹਾਰ 'ਚੋਂ ਵੀ ਇੱਕ ਸਿੱਖਿਆ ਨਿਕਲ ਸਕਦੀ ਆ। ਕਿਉਂਕਿ ਅਸੀਂ ਮੋਸਟ ਆਫ ਦਾ ਟਾਈਮ ਜਿਹੜੇ ਸਾਡੇ ਬੁਰੇ ਵਿਵਹਾਰ ਨਾਲ ਸਾਡੀ ਮੈਮੋਰੀ ਕ੍ਰੀਏਟ ਹੁੰਦੀ, ਸਾਨੂੰ ਬੜਾ ਦੁੱਖ ਗੁੱਸਾ ਹੁੰਦਾ ਵੀ ਅਸੀਂ ਇੱਦਾਂ ਕਿਉਂ ਕੀਤਾ ਗਾ, ਅਤੇ ਫਿਰ ਸਾਨੂੰ ਹੁੰਦਾ ਕਿ ਅਸੀਂ ਉਹਦੇ ਬਾਰੇ ਸੋਚੀਏ ਨਾ ਐਂਡ ਸਾਰੇ ਭੁੱਲ ਜਾਈਏ ਐਂਡ ਉਸ ਚੀਜ਼ 'ਤੇ ਮਿੱਟੀ ਪਾਈਏ। ਐਂਡ ਇੱਥੇ ਹੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਡਿਫੈਕਟ ਆ ਸਾਡਾ। ਇਹ ਬੜਾ ਜ਼ਰੂਰੀ ਆ ਕਿ ਅਸੀਂ ਇੱਕ ਬੁਰੇ ਵਿਵਹਾਰ ਨੂੰ ਇੱਕ ਐਜੂਕੇਸ਼ਨ ਮੰਨੀਏ। ਬੁਰੇ ਵਿਵਹਾਰ ਨੂੰ ਇਹ ਮੰਨੀਏ ਕਿ ਬੁਰਾ ਵਿਵਹਾਰ ਮੈਨੂੰ ਮੇਰੇ ਬਾਰੇ ਬਹੁਤ ਕੁਝ ਸਿਖਾ ਸਕਦਾ ਹੈ। ਬੁਰਾ ਵਿਵਹਾਰ ਨੂੰ ਜੇ ਮੈਂ ਵਿੱਚੋਂ ਫਰੋਲਾਂ ਤਾਂ ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ਾਂ ਨਿਕਲ ਸਕਦੀਆਂ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਦੇਖੋ ਕਿ ਜਿਹੜਾ ਔਰਗੈਨਿਕ ਗਾਰਬੇਜ ਅਸੀਂ ਗਾਰਬੇਜ ਕਰਦੇ ਹਾਂ, ਫਿਰ ਉਹੀ ਬੈਕ ਟੂ ਇਕੋ ਸਿਸਟਮ ਦੇ ਵਿੱਚ ਜਾਂਦਾ ਐਂਡ ਬੈਕ ਉਹੀ ਇੱਕ ਪਲਾਂਟਸ ਲਈ ਫੂਡ ਬਣਦਾ ਐਂਡ ਉੱਤੇ ਉਹ ਸਾਈਕਲ ਚੱਲਦਾ ਵਾ। ਸੋ ਪਰ ਹੈ ਤਾਂ ਅਸੀਂ ਸੋਚਦੇ ਵੀ ਉਹ ਨਹੀਂ ਚੀਜ਼ ਹੈਗੀ, ਪਰ ਜਦੋਂ ਅਸੀਂ ਉਹਨੂੰ ਇੱਕ ਪ੍ਰੋਪਰਲੀ ਪੋਟੈਂਸ਼ਲੀ ਅਸੀਂ ਯੂਜ਼ ਕਰਦੇ ਹਾਂ ਅਤੇ ਉਹ ਬੜਾ ਵਧੀਆ ਇੱਕ ਬੜਾ ਵਧੀਆ ਯੂਜ਼ ਹੁੰਦਾ ਸਾਡੇ ਸਿਸਟਮ ਦੇ ਵਿੱਚ। ਸੋ ਇਵੇਂ ਹੀ ਹਰ ਬੁਰਾ ਵਿਵਹਾਰ ਸਾਨੂੰ ਸਾਡੇ ਬਾਰੇ ਕੁਛ ਜ਼ਰੂਰ ਸਿਖਾਉਂਦਾ ਵਾ। ਐਂਡ ਜੇ ਅਸੀਂ ਇੱਕ ਬੁਰਾ ਵਿਵਹਾਰ ਰੀਸੋਰਸ ਮੰਨੀਏ ਕਿ ਟੂਲ ਆ ਐਂਡ ਇਹਦੇ ਤੋਂ ਮੈਂ ਕੁਛ ਸਿੱਖਣਾ ਵਾ, ਇਸ ਬੁਰੇ ਵਿਵਹਾਰ ਤੋਂ ਮੈਂ ਸਿੱਖਣਾ ਵਾ, ਇਹਨੂੰ ਮੈਂ ਭੁੱਲਣਾ ਨਹੀਂ ਗਾ, ਮੈਨੂੰ ਯਾਦ ਰੱਖਣਾ ਸਮਾਂ। ਇਹਨੂੰ ਯਾਦ ਰੱਖ ਕੇ ਮੈਂ ਤੋਂ ਚੀਜ਼ਾਂ ਸਿੱਖਣੀਆਂ ਕਿ ਮੇਰੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਵਾ ਜਿਹੜੀਆਂ ਇਹ ਮੈਨੂੰ ਮੇਰੇ ਬਾਰੇ ਸੰਕੇਤ ਕਰਾਉਂਦੀਆਂ। ਸੋ ਬੁਰਾ ਵਿਵਹਾਰ ਤੁਸੀਂ ਇਹਨੂੰ ਇੱਦਾਂ ਹੀ ਸਮਝ ਲਓ, ਇੱਕ ਜ਼ਖਮ ਆ, ਇੱਕ ਮਾਨਸਿਕ ਜ਼ਖਮ ਆ। ਫੋਰ ਐਗਜ਼ਾਮਪਲ ਸਾਡੇ ਸਰੀਰ 'ਤੇ ਜ਼ਖਮ ਹੋਏ ਹੋਣ ਐਂਡ ਕੋਈ ਸਾਡੇ ਜ਼ਖਮ ਨੂੰ ਟੱਚ ਕਰੇ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਸਰੀਰ ਦੇ ਇੱਥੇ ਜ਼ਖਮ ਆ, ਕਿਉਂਕਿ ਦੁੱਖ ਲੱਗ ਰਿਹਾ, ਪੇਨ ਹੋ ਰਿਹਾ। ਸੋ ਇਵੇਂ ਹੀ ਜਿਹੜਾ ਇੱਕ ਵਿਵਹਾਰ 'ਤੇ ਜਦੋਂ ਅਸੀਂ ਕਿਸੇ ਚੀਜ਼ 'ਤੇ ਰਿਐਕਟ ਕਰਦੇ ਹਾਂ, ਉੱਥੋਂ ਸਾਨੂੰ ਪਤਾ ਲੱਗ ਜਾਏਗਾ ਕਿ ਇੱਕ ਦੁੱਖ ਦੀ ਨਬਜ਼ ਆ। ਜਿਵੇਂ ਆਪਾਂ ਕਈ ਵਾਰ ਪੰਜਾਬੀ 'ਚ ਕਹਿੰਦੇ ਹਾਂ, ਜਿਵੇਂ ਕਈ ਵਾਰ ਆਪਾਂ ਲੜਾਈਆਂ ਦੇ ਵਿੱਚ ਵੀ ਕਹਿੰਦੇ ਹਾਂ ਕਿ ਮੇਰੀ ਦੁੱਖ ਦੀ ਨਬਜ਼ 'ਤੇ ਨੇ ਹੱਥ ਰੱਖਿਆ, ਦੁੱਖ ਦੀ ਨਬਜ਼ ਦੇ ਵਿੱਚ ਹੱਥ ਰੱਖਿਆ, ਦੁੱਖ ਦੀ ਥਾਂ 'ਤੇ ਨੇ ਮੇਰੇ ਹੱਥ ਰੱਖਿਆ ਗਾ। ਸੋ ਬੇਸਿਕਲੀ ਸਾਡਾ ਜਿਹੜਾ ਬੁਰਾ ਵਿਵਹਾਰ ਆ ਜਾਂ ਸਟਰਗਲਿੰਗ ਵਿਵਹਾਰ ਕਹਿਣਾ ਜ਼ਿਆਦਾ ਸਹੀ ਰਹੂਗਾ ਕਿ ਜਦੋਂ ਅਸੀਂ ਰਿਐਕਟ ਕਰਦੇ ਹਾਂ, ਉਹ ਸਾਨੂੰ ਸਾਡੇ ਬਾਰੇ ਸਿਖਾਉਂਦਾ। ਉਹ ਸਾਨੂੰ ਸਿਖਾਉਂਦਾ ਵੀ ਸਾਡੇ ਜ਼ਖਮ ਕਿੱਥੇ ਕਿੱਥੇ ਆ। ਉਹ ਸਾਨੂੰ ਸਾਡੇ ਬਾਰੇ ਸਿਖਾਉਂਦਾ ਕਿ ਸਾਡੇ ਫੋੜੇ ਕਿੱਥੇ ਕਿੱਥੇ ਹੋਏ ਵੇ ਆ ਮਨ ਦੇ ਲੈਵਲ 'ਤੇ, ਜਿਹੜੇ ਕਿ ਸਾਨੂੰ ਠੀਕ ਕਰਨ ਦੀ ਲੋੜ ਹੈ। ਸੋ ਜਦੋਂ ਵੀ ਤੁਸੀਂ ਇੱਕ ਬੁਰਾ ਵਿਵਹਾਰ ਕਰਦੇ ਆ, ਆਪਦੇ ਆਪ 'ਚ ਬਾਅਦ ਵਿੱਚ ਉਹਨੂੰ ਕੰਟੈਂਪਲੇਟ ਕਰੋ। ਬਿਕਾਜ਼ ਇੱਕ ਬੁਰਾ ਵਿਵਹਾਰ ਇੱਦਾਂ ਨਹੀਂ ਕਿ ਆਪਾਂ ਇੱਕ ਵਾਰੀ ਤੁਹਾਨੂੰ ਕਹਿਤਾ ਤੇ ਨਹੀਂ ਹੋਊਗਾ, ਇਹ ਬਾਰ-ਬਾਰ ਹੋਊਗਾ ਸਾਡੇ ਨਾਲ ਰਿਸ਼ਤਿਆਂ ਦੇ ਵਿੱਚ। ਪਰ ਇਹਦੇ ਅਸੀਂ ਜਾਗਰੂਕ ਬਣਨਾ, ਇਹ ਤੋਂ ਅਸੀਂ ਸਿੱਖਣਾ, ਹਰ ਵਕਤ ਇਹਨੂੰ ਅਸੀਂ ਇੱਕ ਟੂਲ ਬਣਾਉਣਾ। ਹਰ ਵਾਰੀ ਅਸੀਂ ਇਹਨੂੰ ਟੂਲ ਬਣਾਉਣਾ ਕਿ ਤੋਂ ਅਸੀਂ ਕੁਝ ਸਿੱਖ ਕੇ ਜਾਣਾ ਇਸ ਬੁਰੇ ਵਿਵਹਾਰ ਤੋਂ। ਆਪਣੇ ਬਾਰੇ ਅਸੀਂ ਕੁਝ ਸਿੱਖਣਾ ਹੈ, ਆਪਣੇ ਬਾਰੇ। ਮੋਸਟ ਆਫ ਦਾ ਟਾਈਮ ਸਾਡਾ ਜਿਹੜਾ ਫੋਕਸ ਹੁੰਦਾ ਦੂਸਰੇ 'ਤੇ ਹੁੰਦਾ। ਸੋ ਦੂਸਰੇ ਤੋਂ ਫੋਕਸ ਲੈ ਕੇ ਅਸੀਂ ਆਪਣੇ ਵਿੱਚ, ਚਾਹੇ ਤੁਸੀਂ ਉਹ ਬੱਚੇ ਨਾਲ ਬੁਰਾ ਵਿਵਹਾਰ ਕਰਦੇ ਹੋ। ਫੋਰ ਐਗਜ਼ਾਮਪਲ ਐਵਰੀ ਟਾਈਮ ਤੁਹਾਡਾ ਬੱਚਾ ਬੁਰਾ ਹੱਥ ਧੋਤੇ ਬਿਨਾਂ ਖਾਣਾ ਖਾਂਦਾ ਜਾਂ ਹੱਥ ਧੋਤੇ ਬਿਨਾਂ ਟੇਬਲ 'ਤੇ ਬਹਿੰਦਾ ਐਂਡ ਤੁਸੀਂ ਚੀਕਦੇ ਆ, ਤੁਸੀਂ ਚੀਕ ਕੇ ਤੁਸੀਂ ਗੁੱਸੇ ਹੁੰਦੇ ਆ। ਐਂਡ ਇਸ ਚੀਜ਼ ਦਾ ਤੁਸੀਂ ਆਪਦੇ ਅੰਦਰ ਜਾ ਸਕਦੇ ਹੋ, ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜਦੋਂ ਵੀ ਮੇਰਾ ਬੱਚਾ ਬਿਨਾਂ ਹੱਥ ਧੋਤੇ ਟੇਬਲ 'ਤੇ ਬਹਿੰਦਾ ਜਾਂ ਬਿਨਾਂ ਹੱਥ ਧੋਤੇ ਇਹ ਚੀਜ਼ ਨੂੰ ਛੇੜਦਾ, ਮੇਰੇ ਅੰਦਰ ਅਗਰੈਸ਼ਨ, ਮੇਰੇ ਅੰਦਰ ਗੁੱਸਾ ਸਟਾਰਟ ਹੋ ਜਾਂਦਾ। ਮੇਰੀ ਬਾਡੀ ਥ੍ਰੈਟ ਸਿਸਟਮ ਦੇ ਵਿੱਚ ਚਲੀ ਜਾਂਦੀ ਆ। ਸੋ ਬਾਡੀ ਨੂੰ ਤੁਸੀਂ ਅਵੇਅਰ ਬਣਨਾ ਬਾਡੀ ਦੇ। ਸੋ ਮੇਰੀ ਬਾਡੀ ਥ੍ਰੈਟ ਸਿਸਟਮ ਸਡਨਲੀ ਮੈਨੂੰ ਲੱਗ ਜਾਂਦਾ ਕਿ ਕੋਈ ਐਮਰਜੈਂਸੀ ਸਿਚੁਏਸ਼ਨ ਆ, ਵੀ ਕਿਉਂ ਨਹੀਂ ਇਹਨੇ ਹੱਥ ਧੋਤੇ, ਕਿਉਂ ਨਹੀਂ ਅਨਸੇਫ ਹੈ। ਐਂਡ ਬੇਸਿਕਲੀ ਅੰਡਰਨੀਥ ਇਹਦੀ ਚੀਜ਼ ਇਹ ਹੈ
कि ਜਿਹੜੀ ਅਨਸੇਫਟੀ ਹੈ, ਜਿਹੜੀ ਸਿਚੁਏਸ਼ਨ ਦੇ ਵਿੱਚ ਰਹਿ ਰਹੀ ਹਾਂ ਮੈਂ, ਉੱਥੋਂ ਮੇਰਾ ਇੰਨਾ ਜ਼ਿਆਦਾ ਡਰ ਪਿਆ ਹੋਇਆ ਵਾ। ਸੋ ਫੋਰ ਐਗਜ਼ਾਮਪਲ, ਜਦੋਂ ਤੁਸੀਂ ਤੁਹਾਡੇ ਬੱਚੇ ਨੇ ਹੱਥ ਨਹੀਂ ਧੋਤੇ ਹਨ, ਟੇਬਲ 'ਤੇ ਆ ਗਿਆ, ਤੁਹਾਡੇ ਅੰਦਰ ਉਹ ਐਂਗਜ਼ਾਇਟੀ, ਤੁਹਾਡੇ ਅੰਦਰ ਟ੍ਰਿਗਰਿੰਗ, ਤੁਹਾਡੇ ਅੰਦਰ ਬਾਡੀ ਦੀ ਉਹ ਸਟਾਰਟ ਹੋ ਗਈ ਹੋਊਗਾ ਕਿ ਜਦੋਂ ਫਾਈਟ ਐਂਡ ਫਲਾਈਟ ਮੈਕੈਨਿਜ਼ਮ ਤੁਹਾਡੀ ਬਾਡੀ ਦੇ ਵਿੱਚ ਸਟਾਰਟ ਹੋ ਗਿਆ ਨਾ, ਫਿਰ ਤੁਹਾਡਾ ਕੰਟਰੋਲ ਨਹੀਂ ਰਹਿੰਦਾ ਐਂਡ ਫਿਰ ਤੁਹਾਡੇ ਤੋਂ ਜਿਹੜੀਆਂ ਚੀਜ਼ਾਂ ਗੱਲਾਂ ਵੀ ਕਹਿ ਹੋ ਜਾਂਦੀਆਂ, ਉੱਚੀ ਬੋਲ ਹੋ ਜਾਂਦਾ, ਆਪਣੇ ਬੱਚੇ ਨੂੰ ਝਿੜਕ ਹੋ ਜਾਂਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਹੋ ਜਾਂਦੀਆਂ ਵਾ ਕਿਉਂਕਿ ਤੁਸੀਂ ਇੱਕ ਫਾਈਟ ਐਂਡ ਫਲਾਈਟ, ਇੱਕ ਐਮਰਜੈਂਸੀ ਮੋਡ ਦੇ ਵਿੱਚ ਹੁੰਦੇ ਹੋ। ਸੋ ਇਹ ਰੈਕੋਗਨਾਈਜ਼ ਕਰਨਾ ਕਿ ਜਦੋਂ ਵੀ ਉਹ ਐਂ ਕਰਦਾ, ਮੈਂ ਐਮਰਜੈਂਸੀ ਮੋਡ ਦੇ ਵਿੱਚ ਜਾਂਦੀ ਹਾਂ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਬੱਚੇ ਨੂੰ ਕਹਿਣਾ ਨਹੀਂ, ਕਹਿ ਸਕਦੇ ਹੋ ਤੁਸੀਂ, ਪਰ ਜਦੋਂ ਤੁਸੀਂ ਆਪਣੇ ਬੱਚੇ ਨੂੰ ਇੱਕ ਐਮਰਜੈਂਸੀ ਮੋਡ ਦੇ ਵਿੱਚੋਂ ਕਹਿਣ ਦੀ ਕੋਸ਼ਿਸ਼ ਕਰੋਗੇ, ਮੋਸਟ ਆਫ ਦਾ ਟਾਈਮ ਉਹ ਤੁਹਾਨੂੰ ਅਵੋਇਡ ਕਰੂਗਾ ਬਿਕਾਜ਼ ਉਹ ਐਨਰਜੀ ਬੜੀ ਨੈਗੇਟਿਵ ਹੁੰਦੀ ਆ ਐਂਡ ਅਸੀਂ ਇੰਨੇ ਥ੍ਰੈਟ ਚਾਹੀਦੇ, ਅਸੀਂ ਦੂਜੇ ਨੂੰ ਵੀ ਡਰਾਉਂਦੇ ਹਾਂ, ਅਸੀਂ ਦੂਜੇ 'ਤੇ ਵੀ ਅਟੈਕ ਕਰਦੇ ਹਾਂ। ਸੋ ਇਸ ਕਰਕੇ ਲੋਕ ਸਾਨੂੰ ਉਸ ਚੀਜ਼ਾਂ ਤੋਂ ਅਵੋਇਡ ਕਰਦੇ ਨੇ। ਸੋ ਜਦੋਂ ਤੁਸੀਂ ਆਪਦੀ ਬਾਡੀ ਨੂੰ ਐਂਡ ਇਹ ਆਪਦੇ ਆਪ 'ਚ ਅਵੇਅਰ ਕਰੋ, ਇਟਸ ਓਕੇ, ਜਦੋਂ ਤੁਸੀਂ ਆਪਦੇ ਬੱਚੇ ਨੂੰ ਇੱਦਾਂ ਕਰ ਵੀ ਲਿਆ, ਗੁੱਸੇ ਵੀ ਹੋ ਗਏ, ਝਿੜਕ ਵੀ ਦਿੱਤਾ ਗਾ, ਐਂਡ ਇਟਸ ਓਕੇ ਜੇ ਹੋ ਗਈਆਂ, ਦੈਟਸ ਫਾਈਨ। ਆਪਦੇ ਬੁਰੇ ਬਿਹੇਵੀਅਰ ਨੂੰ ਇੱਕ ਆਪਦੇ ਮੋਸਟ ਆਫ ਟਾਈਮ ਅਸੀਂ ਨੂੰ ਸ਼ੇਮ ਅਤੇ ਗਿਲਟ ਦੇ ਵਿੱਚ ਲੈ ਜਾਂਦੇ ਹਾਂ, ਪਰ ਇੱਕ ਟੂਲ ਮੰਨੋ। ਸੋ ਜਦੋਂ ਵੀ ਮੇਰੇ 'ਚ ਬੁਰਾ ਬਿਹੇਵੀਅਰ ਆਉਂਦਾ ਵਾ, ਜਦੋਂ ਵੀ ਮੇਰੇ 'ਚ ਸਟਰਗਲਿੰਗ ਬਿਹੇਵੀਅਰ, ਮੇਰੀ ਬਾਡੀ ਇੱਕ ਫਲਾਈਟ ਐਂਡ ਫਾਈਟ ਮੋਡ ਦੇ ਵਿੱਚ, ਜਿਵੇਂ ਇੱਕ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਚਲੀ ਜਾਂਦੀ ਆ। ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਫਿਰ ਅਸੀਂ ਡਰਦੇ ਹਾਂ, ਫਿਰ ਅਸੀਂ ਹੰਭਲੇ ਪੈ ਜਾਂਦੇ, ਫਿਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰਨਾ। ਜਿਹੜੀ ਵੀ ਚੀਜ਼ ਸਾਨੂੰ ਮੂਹਰੇ ਹੁੰਦੀ ਆ ਅਸੀਂ ਕਰ ਸਕਦੇ, ਸਾਨੂੰ ਨਹੀਂ ਪਤਾ ਚੰਗੀ ਆ ਜਾਂ ਮੂਹਰੇ, ਪਰ ਫਿਰ ਵੀ ਕਰ ਲੈਂਦੇ ਕਿਉਂਕਿ ਸਾਡਾ ਮਨ ਉਸ ਟਾਈਮ ਡਰ ਦੇ ਵਿੱਚ ਹੁੰਦਾ ਵਾ। ਉਹ ਮੋਸਟ ਆਫ ਦਾ ਟਾਈਮ ਜਿਹੜਾ ਸਾਡਾ ਦਿਮਾਗ ਆ ਡਰ ਦੇ ਵਿੱਚ ਹੋਊਗਾ, ਕਿਸੇ ਵੀ ਡਰ ਦੇ ਵਿੱਚ, ਰਿਸ਼ਤੇ ਦੇ ਟੁੱਟਣ ਦੇ ਕਾਰਨ ਡਰ ਦੇ ਵਿੱਚ, ਬਾਹਰਲਾ ਕੋਈ ਡਰ, ਕੋਈ ਸਾਨੂੰ ਐਂ ਲੱਗਦਾ ਹੋਊਗਾ ਕਿ ਮੈਨੂੰ ਕੋਈ ਚੰਗਾ ਨਹੀਂ ਸਮਝਦਾ, ਕਿਸੇ ਵੀ ਤਰ੍ਹਾਂ ਦਾ ਡਰ ਹੋਊਗਾ ਜੇ ਤੁਸੀਂ ਉਹਦੇ ਵਿੱਚ ਜਾਓਗੇ, ਜੋ ਤੁਹਾਡੀ ਬਾਡੀ ਫਾਈਟ ਫਲਾਈਟ ਮੋਡ ਦੇ ਵਿੱਚ ਹੁੰਦੀ ਆ। ਸੋ ਜਦੋਂ ਵੀ ਤੁਸੀਂ ਮਹਿਸੂਸ ਕੀਤਾ ਕਿ ਜਦੋਂ ਵੀ ਮੈਂ ਆਪਣੇ ਬੱਚੇ ਨੂੰ ਇਹ ਚੀਜ਼ ਕਰਦਾ ਦੇਖਣੀ, ਮੇਰੇ ਅੰਦਰ ਟ੍ਰਿਗਰਿੰਗ ਸਟਾਰਟ ਹੁੰਦੀ ਆ, ਮੇਰੇ ਅੰਦਰ ਗੁੱਸਾ ਸਟਾਰਟ ਹੁੰਦਾ ਵਾ, ਮੇਰੇ ਅੰਦਰ ਬਾਡੀ 'ਚ ਐਂਗਜ਼ਾਇਟੀ ਆ ਜਾਂਦੀ ਆ, ਮੇਰੇ ਅੰਦਰ ਮੈਨੂੰ ਕੰਬਾ ਛਿੜ ਜਾਂਦਾ, ਜਾਂ ਮੈਨੂੰ ਮੇਰੇ ਕੰਨ ਗਰਮ ਹੋ ਜਾਂਦੇ ਆ, ਜਾਂ ਕਈ ਲੋਕਾਂ ਦੇ ਜਿਹੜੇ ਪੇਟ ਦੇ ਵਿੱਚ, ਉਹਨਾਂ ਦੇ ਸਟਮਕ ਦੇ ਵਿੱਚ ਉਹਨਾਂ ਨੂੰ ਨੋਟਸ ਲੱਗਦੇ, ਉਹਨਾਂ ਨੂੰ ਲੱਗਦਾ ਕਿ ਨੋਟਸ ਪੈ ਗਈਆਂ ਸਾਡੇ ਸਟਮਕ ਦੇ ਵਿੱਚ। ਕਈ ਲੋਕਾਂ ਦਾ ਸਿਰ ਦੁਖਣ ਲੱਗ ਜਾਂਦਾ ਵਾ, ਕਈ ਲੋਕਾਂ ਨੂੰ ਕਈ ਲੋਕਾਂ ਦੇ ਇੱਥੇ ਪ੍ਰੈਸ਼ਰ ਮਹਿਸੂਸ ਹੋਣ ਲੱਗ ਜਾਂਦਾ, ਕਈ ਲੋਕਾਂ ਦੇ ਇੱਥੇ ਦਿਲ 'ਤੇ ਪ੍ਰੈਸ਼ਰ ਮਹਿਸੂਸ ਹੋਣ ਲੱਗ ਜਾਂਦਾ। ਸੋ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਅਵੇਅਰ ਹੋ ਕੇ ਕਿ ਸਾਰੀਆਂ ਚੀਜ਼ਾਂ ਤੋਂ ਬਾਅਦ ਮੇਰਾ ਬਿਹੇਵੀਅਰ ਕੀ ਨਿਕਲਦਾ, ਕਿ ਮੈਂ ਆਪਣੇ ਬੱਚੇ 'ਤੇ ਯੈਲ ਕਰਦੀ ਹਾਂ, ਮੈਂ ਆਪਣੇ ਬੱਚੇ ਨੂੰ ਉੱਚੀ ਬੋਲਦੀ ਹਾਂ, ਮੈਂ ਸਕਰੀਮ ਕਰਦੀ ਹਾਂ, ਐਂਡ ਉਹਦੇ ਨਾਲ ਮੇਰਾ ਬੱਚਾ ਡਰਦਾ ਵੀ ਆ, ਐਂਡ ਮੇਰੇ ਤੋਂ ਉਹਦਾ ਰਿਸ਼ਤਾ ਦੂਰ ਜਾਂਦਾ। ਸ਼ਾਇਦ ਉਹ ਹੱਥ ਧੋ ਲੇ, ਸੋ ਸਾਨੂੰ ਇਹ ਚਾਹੀਦਾ ਕਿ ਸਾਡਾ ਬੱਚਾ ਹੱਥ ਵੀ ਧੋ ਲੇ, ਪਰ ਸਾਡੇ ਨਾਲ ਉਹਦਾ ਰਿਸ਼ਤਾ ਵੀ ਕਾਇਮ ਰਵੇ। ਸੋ ਦੋਨੇ ਚੀਜ਼ਾਂ ਅਸੀਂ ਕਿਵੇਂ ਕਰੀਏ? ਮੋਸਟ ਆਫ ਦਾ ਟਾਈਮ ਉਹ ਹੱਥ ਤਾਂ ਧੋ ਲੂਗਾ, ਹੈਂਡ ਵਾਸ਼ ਕਰ ਲੂਗਾ, ਪਰ ਜਿਹੜਾ ਦਿਲ ਦਾ ਰਿਸ਼ਤਾ ਦੂਰ ਚਲਾ ਗਿਆ ਬਿਕਾਜ਼ ਅਸੀਂ ਉਹਨੂੰ ਰਿਐਕਟਿਵ ਸਟੇਟ 'ਚੋਂ ਤੋਂ ਇਹ ਕੰਮ ਕਰਵਾਇਆ। ਸੋ ਜਦੋਂ ਅਸੀਂ ਆਪਦੇ ਆਪ 'ਚ ਅਵੇਅਰਨੈਸ ਕਰਨ ਲੱਗ ਗਏ ਅਤੇ ਅਸੀਂ ਆਪਦੇ ਆਪ ਨੂੰ ਕਾਮ ਕਰ ਸਕਦੇ ਹਾਂ ਕਿ ਤੁਸੀਂ ਲਿਖ ਸਕਦੇ ਆ, ਰਾਈਟ ਕਰ ਸਕਦੇ, ਕੁਛ ਵੀ ਤੁਸੀਂ ਲਿਖਣਾ ਲਿਖ ਸਕਦੇ ਕਿ ਮੇਰੇ ਕਿਹੜੇ ਕਿਹੜੇ ਸਿਗਨਲ ਆ। ਮੇਰੇ ਸਿਰ ਦੇ ਅੰਦਰ ਦਰਦ ਹੋਣ ਲੱਗ ਜਾਂਦਾ, ਮੇਰੇ ਅੰਦਰ ਅਗਰੈਸ਼ਨ ਆ ਜਾਂਦਾ ਵਾ, ਮੇਰੇ ਅੰਦਰ ਗੁੱਸਾ ਆ ਜਾਂਦਾ, ਮੇਰੇ ਢਿੱਡ ਦੇ ਵਿੱਚ ਐਂਗਜ਼ਾਇਟੀ ਜਾਂ ਮੇਰੇ ਕਿਤੇ ਨੋਟ ਸਟਾਰਟ ਹੋ ਜਾਂਦੇ ਆ, ਮੈਂ ਪ੍ਰੈਸ਼ਰ ਮਹਿਸੂਸ ਕਰਨ ਲੱਗ ਜਾਂਦਾ ਵਾ। ਜਦੋਂ ਇਹ ਚੀਜ਼ਾਂ ਤੁਸੀਂ ਲਿਖਣ ਲੱਗ ਗਏ, ਤੁਸੀਂ ਇਹਨਾਂ ਚੀਜ਼ਾਂ ਦੇ ਅਵੇਅਰ ਬਣਨ ਲੱਗ ਜਾਓਗੇ। ਇਹ ਚੀਜ਼ਾਂ ਤੁਸੀਂ ਜਦੋਂ ਵੀ ਤੁਹਾਡੇ ਅੰਦਰ ਹੋਣ ਲੱਗਣਗੀਆਂ, ਤੁਸੀਂ ਇਹਨਾਂ ਨੂੰ ਫੜਨ ਲੱਗ ਜਾਓਗੇ ਕਿ ਹੁਣ ਮੇਰਾ ਫਾਈਟ ਐਂਡ ਫਲਾਈਟ ਮੋਡ ਹੋ ਗਿਆ। ਸਾਡਾ ਮਕਸਦ ਕੀ ਆ ਕਿ ਜਦੋਂ ਵੀ ਸਾਡੇ ਫਾਈਟ ਫਲਾਈਟ ਵਾਲੇ ਮੋਡ ਹੋਣ, ਇਹ ਜਦੋਂ ਸਾਡਾ ਸਰੀਰ ਇੱਕ ਐਮਰਜੈਂਸੀ ਦੇ ਵਿੱਚ ਜਾਵੇ, ਅਸੀਂ ਉਹਦੇ ਵਿੱਚੋਂ ਰਿਐਕਟ ਨਹੀਂ ਕਰਨਾ, ਉਹਦੇ ਵਿੱਚੋਂ ਅਸੀਂ ਬਚਾ ਕੇ ਰੱਖਣਾ। ਉਹਦੇ ਤੋਂ ਬਾਅਦ ਅਸੀਂ 5-10 ਮਿੰਟ ਵੇਟ ਕਰਕੇ ਕੋਈ ਕੰਮ ਕਰਨਾ ਵਾ, ਵੇਟ ਕਰਕੇ ਆਪਦਾ ਬਿਹੇਵੀਅਰ ਕਰਨਾ, ਕਿਉਂਕਿ ਜਦੋਂ ਅਸੀਂ ਵੇਟ ਕਰਕੇ ਬਿਹੇਵੀਅਰ ਕਰਾਂਗੇ ਉਦੋਂ ਅਸੀਂ ਠੀਕ ਵਿਵਹਾਰ ਕਰਾਂਗੇ। ਪਰ ਇੱਕ ਪ੍ਰੈਕਟਿਸ ਆ, ਇਹ ਈਜ਼ੀ ਨਹੀਂ ਆਉਂਦਾ ਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਿਹੇਵੀਅਰ ਮੇਰੇ ਤੋਂ ਵੀ ਬੁਰਾ ਹੋ ਜਾਂਦਾ ਵਾ, ਸਾਡੇ ਸਾਰਿਆਂ ਤੋਂ ਹੁੰਦਾ ਵਾ ਨਾ, ਸਾਨੂੰ ਨੌਲੇਜ, ਸਾਨੂੰ ਥਿਓਰੈਟੀਕਲੀ ਬੁੱਕ 'ਤੇ ਪੜ੍ਹ, ਸਾਨੂੰ ਸਭ ਪਤਾ ਵਾ, ਪਰ ਫਿਰ ਵੀ ਉਸ ਚੀਜ਼ਾਂ ਸੋਚਿਆ ਕਿਉਂਕਿ ਸਾਡਾ ਦਿਮਾਗ ਇੱਕ ਆਦਤ ਦੇ ਲੈਵਲ 'ਤੇ ਕੰਮ ਕਰਦਾ। ਜਿਹੜੀ ਆਦਤ ਉਹਨੂੰ ਪੈ ਗਈ, ਉਹ ਆਟੋਮੈਟਿਕਲੀ ਉਹੀ ਆਦਤ ਪਰਫੋਰਮ ਕਰਦਾ ਵਾ। ਸੋ ਅਸੀਂ ਇੱਕ ਆਦਤ ਨੂੰ ਰਿਮੂਵ ਕਰਨਾ ਉਹਦੇ 'ਚੋਂ। ਸੋ ਜਦੋਂ ਤੁਸੀਂ ਇਹ ਮਹਿਸੂਸ ਕਰਨਗੇ, ਹਰ ਜਿਹੜਾ ਬੁਰਾ ਬਿਹੇਵੀਅਰ ਉਹਨੂੰ ਕੰਟੈਂਪਲੇਟ ਕਰਕੇ ਦੇਖੋ, ਉਹਨੂੰ ਰਿਫਲੈਕਟ ਕਰਕੇ ਦੇਖੋ ਕਿ ਉਹਦੇ ਵਿੱਚ ਮੈਨੂੰ ਪਤਾ ਮੋਸਟ ਆਫ ਦਾ ਟਾਈਮ ਤੁਹਾਡੇ ਦਿਲ ਦੀ ਧੜਕਣ ਕਿਵੇਂ ਸੀ, ਤੁਹਾਡਾ ਦਿਮਾਗ, ਤੁਹਾਡਾ ਅਗਰੈਸ਼ਨ ਕਿੰਨਾ ਕੁ ਸੀਗਾ, ਤੁਹਾਡੇ 'ਚ ਗੁੱਸਾ, ਅੰਦਰ ਵਾਲੀਆਂ ਚੀਜ਼ਾਂ ਨੂੰ ਸਕੈਨ ਕਰੋ ਆਪਦੀ ਬਾਡੀ ਨੂੰ। ਹੌਲੀ ਹੌਲੀ ਜਦੋਂ ਤੁਸੀਂ ਆਪਣੀ ਬਾਡੀ ਨੂੰ ਸਕੈਨ ਕਰੋਗੇ, ਉਦੋਂ ਬਾਅਦ ਤੁਸੀਂ ਤੁਹਾਡੀ ਬਾਡੀ ਜਦੋਂ ਸਕੈਨ ਕਰਨ ਲੱਗ ਗਏ, ਤੁਹਾਡੀ ਬਾਡੀ ਕਾਮ 'ਚ ਆਉਣ ਲੱਗ ਜੂ।
ਉਦੋਂ ਬਾਅਦ ਜਦੋਂ 10-15 ਮਿੰਟ ਦੇ ਵਿੱਚ ਤੁਸੀਂ ਕਾਮਨੈਸ ਦੇ ਵਿੱਚ ਆ ਗਏ, ਫਿਰ ਤੁਸੀਂ ਆਪਣੇ ਬੱਚੇ ਨੂੰ ਜਦੋਂ ਹੱਥ ਧੋਣ ਲਈ ਕਹੋਗੇ, ਉਹ ਤੁਹਾਡੀ ਜਿਹੜੀ ਵੋਇਸ ਉਹ ਮਚ ਕਾਮਰ ਹੋਊਗੀ, ਤੁਹਾਡੀ ਟੋਨ ਕਾਮਰ ਹੋਊਗੀ, ਐਂਡ ਤੁਸੀਂ ਇੱਕ ਰਿਲੈਕਸਡ ਸਟੇਟ 'ਚੋਂ ਉਹਦੀ ਆਦਤ ਆਪਣੇ ਬੱਚੇ ਦੀ ਬਦਲਣ ਦੀ ਕੋਸ਼ਿਸ਼ ਕਰੋਗੇ, ਜਿਹਦੇ ਨਾਲ ਤੁਹਾਡਾ ਬੱਚਾ ਹੈਂਡ ਵਾਸ਼ ਵੀ ਕਰੂਗਾ ਅਤੇ ਜਿਹਦੇ ਨਾਲ ਤੁਹਾਡਾ ਰਿਸ਼ਤਾ ਵੀ ਰਹਿ ਸਕੂਗਾ। ਫੋਰ ਐਗਜ਼ਾਮਪਲ, ਕਈ ਵਾਰ ਜੇ ਤੁਸੀਂ ਪਾਰਟਨਰ ਨਾਲ ਵੀ ਗੱਲ ਕਰਦੇ ਹੋ ਜਾਂ ਕਿਸੇ ਵੀ ਰਿਸ਼ਤੇ ਨਾਲ ਤੁਸੀਂ ਗੱਲ ਕਰਦੇ ਹੋ, ਕਈ ਚੀਜ਼ਾਂ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਜਾਂ ਤੁਹਾਡਾ ਪਾਰਟਨਰ ਕੋਈ ਕਹਿੰਦਾ, ਉਹ ਤੁਹਾਡੇ ਲਈ ਬੜੀਆਂ ਟ੍ਰਿਗਰਿੰਗ ਹੁੰਦੀਆਂ, ਉਹਦੀ ਉਹ ਗੱਲ ਸੁਣਦਿਆਂ ਹੀ ਤੁਹਾਡੇ ਅੰਦਰ ਚੀਜ਼ਾਂ ਹੋਣ ਲੱਗ ਜਾਂਦੀਆਂ, ਐਂਡ ਫਿਰ ਤੁਸੀਂ ਉਸਦੇ ਅੰਦਰੋਂ ਵਿਵਹਾਰ ਬੁਰਾ ਕਰ ਲੈਂਦੇ ਆ। ਸੋ ਸਾਡਾ ਮਕਸਦ, ਅਸੀਂ ਨਜ਼ਰੀਆ ਬਦਲਣਾ ਆਪਣੇ ਬੁਰੇ ਵਿਵਹਾਰ ਪ੍ਰਤੀ। ਅਸੀਂ ਬੁਰੇ ਵਿਵਹਾਰ ਨੂੰ ਸਮਝਣਾ ਕਿ ਇਹ ਵੀ ਇੱਕ ਕਾਉਂਸਲਿੰਗ ਕਲਾਸ ਆ, ਹੈ ਨਾ। ਐਂਡ ਜਦੋਂ ਅਸੀਂ ਉਸ ਨੂੰ, ਇਸ ਬੁਰੇ ਵਿਵਹਾਰ ਨੂੰ ਐ ਸਮਝਾਂਗੇ ਇੱਕ ਟੂਲ ਆ, ਇਹ ਇੱਕ ਰੀਸੋਰਸ ਆ ਜਿਹਨੂੰ ਅਸੀਂ ਵਰਤ ਸਕਦੇ ਹਾਂ। ਇਹਨੂੰ ਅਸੀਂ ਵਰਤ ਸਕਦੇ ਆਉਣ ਵਾਲੇ ਟਾਈਮ 'ਤੇ। ਹੁੰਦਾ ਕਿ ਅਸੀਂ ਮੋਸਟ ਦਾ ਟਾਈਮ ਬੁਰੇ ਵਿਵਹਾਰ ਨੂੰ ਪਾਸੇ ਛੱਡੀ ਜਾਂਦੇ ਹਾਂ, ਅੱਖਾਂ ਬੰਦ ਕਰੀ ਜਾਂਦੇ ਕਿ ਅਸੀਂ ਨਹੀਂ ਸੋਚਣਾ ਮੰਗਦੇ ਸੀ, ਐਂਡ ਸਾਡੇ ਤੋਂ ਬੁਰੇ ਵਿਵਹਾਰ ਹੋਈ ਜਾਂਦੇ ਆ। ਸੋ ਹਰ ਜਦੋਂ ਬੁਰਾ ਵਿਵਹਾਰ ਹੁੰਦਾ ਵਾ ਐਂਡ ਜਦੋਂ ਨਿਕਲ ਜਾਂਦਾ ਵਾ, ਉਦੋਂ ਇੱਕ ਪੈਨ ਕਾਪੀ ਲੈ ਕੇ ਆਪ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕਰਿਓ, ਮੇਰਾ ਜ਼ਖਮ ਕਿੱਥੇ ਸੀ, ਕਿਹੜੀ ਚੀਜ਼ ਨੇ ਮੈਨੂੰ ਡਰਾਇਆ। ਫੋਰ ਐਗਜ਼ਾਮਪਲ, ਹੋ ਸਕਦਾ ਜਦੋਂ ਤੁਹਾਡੇ ਬੱਚੇ ਨੇ ਹੈਂਡ ਵਾਸ਼ ਨਹੀਂ ਕੀਤੇ, ਉਹਨੂੰ ਟੇਬਲ 'ਤੇ ਬੈਠ ਗਿਆ, ਤੁਹਾਡੇ ਦਿਮਾਗ ਉੱਥੇ ਚਲਿਆ ਗਿਆ ਕਿ ਹੁਣ ਇਹਨੇ ਰੋਟੀ ਖਾ ਲੈਣੀ ਹੈ ਜਾਂ ਇਹਨੇ ਖਾਣਾ ਖਾ ਲੈਣਾ, ਇਹਨੇ ਹੱਥ ਜਿਹੜੇ ਗੰਦੇ ਸੀ ਉਵੇਂ ਦੇ ਸਰੀਰ ਦੇ ਅੰਦਰ ਚਲੇ ਗਏ, ਬਿਕਾਜ਼ ਹਜੇ ਉਹਨੇ ਕੁਛ ਨਹੀਂ ਖਾਧਾ, ਹਜੇ ਉਹਨੇ ਫੂਡ ਕੁਛ ਨਹੀਂ ਖਾਧਾ, ਪਰ ਤੁਸੀਂ ਆਲਰੇਡੀ ਦਿਮਾਗ ਦੇ ਵਿੱਚ ਚੀਜ਼ਾਂ ਇਮੈਜਿਨ ਕਰ ਲਈਆਂ ਕਿ ਹੁਣ ਇਹ ਬੈਠੂਗਾ, ਹੁਣ ਇਹਨੇ ਫੂਡ ਵੀ ਇਹਨੇ ਐਵੇਂ ਖਾ ਲੈਣਾ ਵਾ, ਅਤੇ ਜਦੋਂ ਇਹਨੇ ਐਵੇਂ ਫੂਡ ਖਾ ਲਿਆ ਫਿਰ ਇਹਦੇ ਅੰਦਰ ਉਹ ਸਾਰੀਆਂ ਚੀਜ਼ਾਂ ਚਲੀ ਜਾਣਗੀਆਂ, ਬਿਮਾਰ ਹੋ ਜਾਊਗਾ, ਫਿਰ ਪਤਾ ਨਹੀਂ ਕੀ ਹੋਊਗਾ। ਤੁਹਾਡੀ ਜਿਹੜੀ ਮਾਈਂਡ ਸਟੇਟ ਆ ਉਹ ਆਲਰੇਡੀ ਐਕਸਟ੍ਰੀਮ 'ਤੇ ਚਲੀ ਗਈ। ਜਦੋਂ ਹਾਲਾਂਕਿ ਤੁਹਾਡਾ ਬੱਚਾ ਸਿਰਫ ਚੇਅਰ 'ਤੇ ਬੈਠਾ, ਉਹਨੂੰ ਹਜੇ ਫੂਡ ਨਹੀਂ ਮਿਲਿਆ, ਉਹਨੇ ਹਜੇ ਫੂਡ ਨਹੀਂ ਖਾਧਾ ਗੰਦੇ ਹੱਥਾਂ ਨਾਲ, ਪਰ ਤੁਹਾਡਾ ਦਿਮਾਗ ਕਿੱਥੇ ਚਲੇ ਗਿਆ ਕਿ ਉਹਨੇ ਖਾ ਲਿਆ। ਸੋ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਅਵੇਅਰ ਹੋ ਜਾਓਗੇ, ਬਿਕਾਜ਼ ਮੋਸਟ ਆਫ ਦ ਟਾਈਮ ਬਚਪਨ ਦੇ ਵਿੱਚ ਜਦੋਂ ਅਸੀਂ ਲੋਕਾਂ ਨੂੰ ਗੱਲਾਂ ਕਹੀਆਂ, ਅਸੀਂ ਸੁਣਿਆ ਨਹੀਂ ਗਿਆ ਸਾਨੂੰ, ਇਸ ਕਰਕੇ ਸਾਨੂੰ ਉੱਚੀ ਚੀਕਣਾ ਪੈਂਦਾ ਵਾ, ਬਿਕਾਜ਼ ਮੋਸਟ ਆਫ ਦ ਟਾਈਮ ਜਿਸ ਪਰਵਰਿਸ਼ ਦੇ ਵਿੱਚ ਅਸੀਂ ਪਲੇ ਹਾਂ, ਸਾਡੇ ਮਾਂ-ਬਾਪ ਨੂੰ ਸਾਡੀਆਂ ਮਾਨਸਿਕ ਸਥਿਤੀਆਂ ਦਾ ਨਹੀਂ ਸੀ ਪਤਾ ਲੱਗਦਾ। ਅਸੀਂ ਉੱਚੀ ਉੱਚੀ ਰੋਂਦੇ ਵੀ ਸੀ, ਅਸੀਂ ਚੀਕਦੇ ਵੀ ਸੀ, ਤਾਂ ਸਾਨੂੰ ਕੀ ਮੂਹਰੋਂ ਝਿੜਕ ਦਿੱਤਾ ਜਾਂਦਾ ਸੀ, ਸਾਨੂੰ ਸਪੈਂਕ ਕਰ ਦਿੱਤਾ ਜਾਂਦਾ ਹੁੰਦਾ ਸੀ, ਸਾਨੂੰ ਬਹੁਤ ਨੈਗੇਟਿਵ ਵਿਵਹਾਰ ਦੇ ਨਾਲ ਸਾਨੂੰ ਰੋਣਾ ਚੁੱਪ ਕਰਵਾਇਆ ਜਾਂਦਾ ਸੀ। ਇਸ ਕਰਕੇ ਸਾਡੀ ਚੀਕਣ ਦੀ ਐਬਿਲਿਟੀ ਵੱਧ ਜਾਂਦੀ ਹੈ, ਕਿਉਂਕਿ ਚੀਕਦੇ ਅਸੀਂ ਉਦੋਂ ਹੀ ਆ ਨਾ, ਉੱਚੀ ਅਸੀਂ ਉਦੋਂ ਹੀ ਬੋਲਦੇ ਹਾਂ ਨਾ ਜਦੋਂ ਸਾਨੂੰ ਲੱਗਦਾ ਕੋਈ ਸਾਨੂੰ ਸੁਣ ਨਹੀਂ ਰਿਹਾ ਮੂਹਰੇ। ਐਂਡ ਇਹ ਸਾਡੇ ਪਿੱਛੋਂ ਹੀ ਆਇਆ ਵਾ ਕਿ ਜਦੋਂ ਅਸੀਂ ਬੋਲਣ ਦੀ ਕੋਸ਼ਿਸ਼ ਕੀਤੀ ਕਈ ਲਾਈਫ ਡਿਸੀਜ਼ਨਾਂ ਦੇ ਵਿੱਚ, ਐਂਡ ਸਾਨੂੰ ਸਾਡੇ ਪੇਰੈਂਟਸ ਵੱਲੋਂ ਦਬਾ ਦਿੱਤਾ ਗਿਆ, ਸਾਨੂੰ ਕਿਹਾ ਕਿ ਨਹੀਂ, ਇਹ ਨਹੀਂ ਹੋ ਸਕਦਾ। ਸੋ ਸਾਡੇ ਅੰਦਰ ਬਹੁਤ ਚੀਜ਼ਾਂ ਅਸੀਂ ਆਪਦੇ ਆਪ 'ਚ ਦਬਾਈਆਂ। ਸੋ ਸਾਨੂੰ ਜਦੋਂ ਅਸੀਂ ਆਪਣੇ ਬੱਚੇ ਵੀ ਪਾਲਣ ਲੱਗ ਜਾਂਦੇ, ਸਾਨੂੰ ਲੱਗਦਾ ਕਿ ਇਹਨਾਂ ਨੇ ਵੀ ਨਹੀਂ ਸਾਡੀ ਗੱਲ ਸੁਣਨੀ, ਸੋ ਇਸ ਕਰਕੇ ਅਸੀਂ ਚੀਕਦੇ ਹਾਂ, ਉੱਚੀ ਬੋਲਦੇ ਹਾਂ। ਸੋ ਇਹ ਬੜਾ ਜ਼ਰੂਰੀ ਆ ਕਿ ਆਪਣੇ ਮਨ ਦੀ ਰਿਫਲੈਕਟ ਕਰੋ ਕਿ ਮੇਰਾ ਬੱਚਾ ਹਜੇ ਟੇਬਲ 'ਤੇ ਬੈਠਾ ਸੀ, ਪਰ ਮੇਰਾ ਦਿਮਾਗ ਕਿੱਥੇ ਚਲਾ ਗਿਆ, ਮੇਰਾ ਦਿਮਾਗ ਇਸ ਚੀਜ਼ 'ਤੇ ਚਲਿਆ ਗਿਆ ਕਿ ਹੁਣ ਇਹਨੇ ਖਾਣਾ ਖਾ ਲੈਣਾ, ਹੁਣ ਇਹਦੇ ਅੰਦਰ ਬੈਕਟੀਰੀਆ ਵਗੈਰਾ ਚਲੇ ਗਏ, ਹੁਣ ਇਹਨੇ ਬਿਮਾਰ ਹੋ ਜਾਣਾ ਵਾ। ਹਾਲਾਂਕਿ ਮੇਰੇ ਬੱਚੇ ਨੇ ਜੇ ਕੁਛ ਵੀ ਟੱਚ ਨਹੀਂ ਸੀ ਕੀਤਾ, ਮੇਰਾ ਬੱਚਾ ਸਿਰਫ ਟੇਬਲ 'ਤੇ ਬੈਠਾ ਸੀ। ਸੋ ਮੈਂ ਉਹ ਚੀਜ਼ ਨੂੰ ਇੱਕ ਟੇਬਲ ਨਹੀਂ ਦੇਖਿਆ, ਮੈਂ ਬਹੁਤ ਗਾਂਹ ਤੱਕ ਆਪਣੇ ਦਿਮਾਗ ਦੇ ਵਿੱਚ ਸਿਚੁਏਸ਼ਨ ਲੈ ਗਈ। ਸੋ ਫੋਰ ਐਗਜ਼ਾਮਪਲ, ਜਦੋਂ ਤੁਹਾਡਾ ਬੱਚਾ ਥੋੜ੍ਹਾ ਜਿਹਾ ਬਿਮਾਰ ਹੁੰਦਾ ਅਤੇ ਸਾਨੂੰ ਲੱਗਦਾ ਬਸ ਐਂਡ ਐਕਸਟ੍ਰੀਮ, ਸਾਡਾ ਐਂਡ ਹੋ ਗਿਆ। ਸੋ ਇਹ ਚੀਜ਼ਾਂ ਨੂੰ ਅਸੀਂ ਰਿਫਲੈਕਟ ਕਰ ਸਕਦੇ ਹਾਂ ਕਿ ਜਦੋਂ ਵੀ ਮੇਰਾ ਬੱਚਾ ਟੇਬਲ 'ਤੇ ਬੈਠਦਾ, ਮੈਂ ਬੜਾ ਐਕਸਟ੍ਰੀਮ ਸੋਚਣ ਲੱਗ ਜਾਂਦੀ ਹਾਂ, ਮੈਂ ਸੋਚਣ ਲੱਗ ਜਾਂਦੀ ਮੇਰਾ ਬੱਚਾ ਬਿਮਾਰ ਹੋ ਗਿਆ ਆਲਰੇਡੀ। ਮੇਰਾ ਦਿਮਾਗ ਬੜੀ ਛੇਤੀ ਤੇ ਉਸ ਸਟੇਜ ਤੱਕ ਮਿੰਟਾਂ ਸਕਿੰਟਾਂ 'ਚ ਹੀ ਚਲਿਆ ਜਾਂਦਾ, ਹਾਲਾਂਕਿ ਮੇਰੇ ਬੱਚੇ ਨੇ ਕੁਛ ਖਾਧਾ ਵੀ ਨਹੀਂ ਹੁੰਦਾ ਉਹਨਾਂ ਹੱਥਾਂ ਨਾਲ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਬੁਰੇ ਵਿਵਹਾਰ ਨੂੰ ਇੱਕ ਟੂਲ ਅਤੇ ਇੱਕ ਰੀਸੋਰਸ ਸਮਝੀਏ। ਇਸ ਬੁਰੇ ਵਿਵਹਾਰ ਤੋਂ ਅਸੀਂ ਸਿੱਖ ਸਮਝੀਏ ਕਿ ਇਹ ਸਾਡਾ ਇੱਕ ਟੈਸਟ ਹੈ, ਇੱਕ ਸਾਡੀ ਬੁੱਕ ਆ। ਜਿਵੇਂ ਅਸੀਂ ਕਿਤਾਬਾਂ ਪੜ੍ਹਦੇ ਹੋਵੇਂ, ਅਸੀਂ ਆਪਣੇ ਵਿਵਹਾਰ ਨੂੰ ਪੜ੍ਹਨਾ ਵਾ। ਸੋ ਜਦੋਂ ਅਸੀਂ ਆਪਣੇ ਵਿਵਹਾਰ ਨੂੰ ਪੜ੍ਹਨ ਲੱਗ ਜਾਵਾਂਗੇ, ਅਸੀਂ ਉਹਦੇ ਵਿੱਚ ਚੇਂਜਸ ਵੀ ਲਿਆਉਣੀਆਂ ਸਟਾਰਟ ਕਰਾਂਗੇ। ਪਰ ਹਰ ਬੁਰੇ ਵਿਵਹਾਰ ਤੋਂ ਪਾਸੇ ਨਾ ਹਟੋ, ਹਰ ਬੁਰੇ ਵਿਵਹਾਰ ਨੂੰ ਆਪਦੇ ਵਿੱਚ ਬੈਠ ਕੇ ਸੋਚੋ, ਰਿਫਲੈਕਟ ਕਰੋ ਕਿ ਇਸ ਬੁਰੇ ਵਿਵਹਾਰ ਦੇ ਵਿੱਚ ਮੇਰੇ ਅੰਦਰ ਕੀ ਕੀ ਚੀਜ਼ਾਂ ਹੋ ਰਹੀਆਂ ਸੀਗੀਆਂ। ਸੋ ਇਹ ਸੀ ਮੇਰਾ ਟਿਪ ਇਸ ਵੀਕ ਦਾ। ਸੋ ਪਲੀਜ਼ ਬੁਰੇ ਵਿਵਹਾਰ ਦਾ, ਚਾਹੇ ਤੁਹਾਡੇ ਬੱਚੇ ਨੇ ਵੀ ਬੁਰਾ ਵਿਵਹਾਰ ਕੀਤਾ, ਜਦੋਂ ਉਹ ਬੱਚਾ ਕਾਮ ਹੋ ਜਾਂਦਾ, ਤੁਸੀਂ ਬੈਠ ਕੇ ਰਿਫਲੈਕਟ ਕਰੋ ਕਿ ਨੈਕਸਟ ਟਾਈਮ ਜੇ ਇਹੀ ਸਿਚੁਏਸ਼ਨ ਮੇਰੀ ਲਾਈਫ ਦੇ ਵਿੱਚ ਆਵੇ, ਨੈਕਸਟ ਟਾਈਮ ਜੇ ਇਹੀ ਚੀਜ਼ ਮੈਨੂੰ ਹੋਵੇ ਅਤੇ ਮੈਂ ਕਿਵੇਂ ਰਿਐਕਟ ਕਰਾਂ। ਇੱਕ ਪਲਾਨ ਬਣਾਓ, ਬਿਕਾਜ਼ ਇਹਦੇ ਨਾਲ ਕੀ ਹੋਊਗਾ, ਤੁਹਾਡੇ ਦਿਮਾਗ ਦੇ ਵਿੱਚ ਇੱਕ ਓਪਨ ਮਾਈਂਡ ਨਾਲ ਨਵੀਆਂ ਚੀਜ਼ਾਂ ਪੈਣ ਲੱਗਣਗੀਆਂ। ਸੋ ਕਈ ਵਾਰ ਮੈਂ ਕਾਉਂਸਲਿੰਗ ਵੀ ਕਰਦੀ ਹਾਂ ਅਤੇ ਕਪਲਸ ਨਾਲ ਮੈਂ ਕੰਮ ਕਰਦੀ ਹਾਂ, ਪੇਰੈਂਟਸ ਨਾਲ, ਤਾਂ ਉਹ ਕਹਿੰਦੇ ਨਹੀਂ ਤੁਸੀਂ ਸਾਨੂੰ ਦੱਸ ਕੇ ਭੇਜਦੇ ਹਾਂ, ਅਸੀਂ ਬਹੁਤ ਕੋਸ਼ਿਸ਼ ਕਰੀਦੀ ਆ, ਘਰੇ ਜਾ ਕੇ ਫਿਰ ਸਾਥੋਂ ਬੁਰਾ ਵਿਵਹਾਰ ਹੋ ਜਾਂਦਾ ਵਾ।
ਸਾਡੇ ਲਈ ਇਹ ਕਾਮਨ ਚੀਜ਼ ਹੈ, ਕਿਉਂਕਿ ਸਾਨੂੰ ਪਤਾ ਕਿ ਆਦਤਾਂ ਅਸੀਂ ਛੇਤੀ ਨਹੀਂ ਛੱਡ ਸਕਦੇ, ਆਦਤਾਂ ਨੂੰ ਟਾਈਮ ਲੱਗਦਾ, ਵਕਤ ਲੱਗਦਾ ਸਾਨੂੰ ਆਪਣੇ ਆਪ ਨੂੰ ਬਦਲਣ ਨੂੰ। ਸੋ ਅਸੀਂ ਆਪਣੇ ਤੋਂ ਐਡੀਆਂ ਐਕਸਪੈਕਟੇਸ਼ਨਸ ਵੀ ਨਹੀਂ ਰੱਖ ਸਕਦੇ ਕਿ ਅੱਜ ਜੇ ਅਸੀਂ ਕੱਲ੍ਹ ਨੂੰ ਸਿੱਖੀਏ ਅਤੇ ਕੱਲ੍ਹ ਨੂੰ ਇੰਪਲੀਮੈਂਟ ਵੀ ਹੋ ਜਾਏ। ਹਾਂ, ਅਸੀਂ ਉਹਨੂੰ ਇੰਸਟਾਲਮੈਂਟਸ ਦੇ ਵਿੱਚ ਇੰਪਲੀਮੈਂਟ ਆਪਦੀ ਲਾਈਫ ਦੇ ਵਿੱਚ ਜ਼ਰੂਰ ਕਰ ਸਕਦੇ ਹਾਂ। ਹਰ ਵਕਤ ਜਦੋਂ ਸਾਡਾ ਬੁਰਾ ਵਿਵਹਾਰ, ਸੋ ਫੋਰ ਐਗਜ਼ਾਮਪਲ ਕਾਉਂਸਲਿੰਗ ਤੋਂ ਬਾਅਦ ਤੁਸੀਂ ਆਪਣਾ ਬੁਰਾ ਵਿਵਹਾਰ ਵਾਚ ਕਰਨ ਲੱਗ ਗਏ, ਐਟਲੀਸਟ ਤੁਸੀਂ ਅਵੇਅਰ ਬਣਨ ਲੱਗ ਗਏ ਕਿ ਕੁਝ ਹੋ ਰਿਹਾ ਵਾ। ਸ਼ਾਇਦ ਮੈਂ ਹਜੇ ਨੂੰ ਰੋਕ ਨਾ ਪਾਵਾਂ, ਸ਼ਾਇਦ ਮੈਂ ਰੋਕ ਅੱਜ ਤੋਂ 10 ਦਿਨਾਂ ਨੂੰ ਪਾਵਾਂ ਜਾਂ 15 ਦਿਨਾਂ ਨੂੰ, ਪਰ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਮੇਰੇ ਅੰਦਰ ਕੋਈ ਚੀਜ਼ਾਂ ਹੁੰਦੀਆਂ ਵਾ ਜਦੋਂ ਇਹ ਵਿਵਹਾਰ ਮੈਂ ਕਰਦਾ ਵਾਂ। ਸੋ ਸਾਡਾ ਮਕਸਦ ਇਹ ਹੈ ਕਿ ਹਰ ਬੁਰੇ ਵਿਵਹਾਰ ਨੂੰ ਇੱਕ ਕਿਤਾਬ ਸਮਝੋ। ਜਿਵੇਂ ਅਸੀਂ ਕਿਤਾਬ ਪੜ੍ਹਦੇ ਹਾਂ, ਉਵੇਂ ਹੀ ਅਸੀਂ ਇੱਕ ਬੁਰਾ ਵਿਵਹਾਰ ਪੜ੍ਹੀਏ, ਤਾਂ ਜੋ ਅਗਲੇ ਵਾਰੀ ਜੇ ਇਹ ਸਿਚੁਏਸ਼ਨ ਸਾਡੇ ਕੋਲ ਆਏ, ਅਸੀਂ ਕਿੱਦਾਂ ਰਿਐਕਟ ਕਰੀਏ। ਸੋ ਦੇਖੋ, ਕੋਈ ਵੀ ਲਾਈਫ ਤਾਂ ਸਾਡੇ ਕੋਲ ਪਰਫੈਕਟ ਨਹੀਂ ਹੈਗਾ ਕਿ ਅਸੀਂ ਪਰਫੈਕਟ ਬਣਨਾ, ਪਰ ਅਸੀਂ ਪ੍ਰੋਗਰੈਸ ਕਰਨੀ ਆ, ਅਸੀਂ ਕੋਸ਼ਿਸ਼ ਕਰਨੀ ਆ ਕਿ ਅੱਜ ਨਾਲੋਂ ਕੱਲ੍ਹ ਬੁਰਾ ਵਧੀਆ ਹੋਵੇ, ਕੱਲ੍ਹ ਨਾਲੋਂ ਪਰਸੋਂ ਵਧੀਆ ਹੋਵੇ, ਪਰਸੋਂ ਨਾਲੋਂ ਉਹਦਾ ਅਗਲਾ ਦਿਨ ਵਧੀਆ ਹੋਵੇ। ਸਾਡੀ ਕੋਸ਼ਿਸ਼ ਆ ਕਿ ਹਰ ਦਿਨ ਥੋੜ੍ਹਾ ਜਿਹਾ ਬਿਹਤਰ ਹੋਵੇ ਪਿਛਲੇ ਦਿਨਾਂ ਨਾਲੋਂ। ਸੋ ਜੇ ਤੁਹਾਡੇ ਹੋਰ ਵੀ ਕੁਐਸਚਨ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਲਾਈਵ ਸੈਸ਼ਨਸ ਦੇ ਥਰੂ ਤੁਹਾਨੂੰ ਇਹਨਾਂ ਲਾਈਵ ਵੀਡੀਓਜ਼ ਦੇ ਡਿਸਕਸ ਕੀਤਾ ਜਾਵੇ। ਸੋ ਥੈਂਕ ਯੂ ਸੋ ਮਚ। ਆਈ ਨੋ ਬਹੁਤ ਸਾਰੇ ਲੋਕਾਂ ਦੇ ਕੁਐਸਚਨਸ ਆਏ ਪਏ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਈਵ ਵੀਡੀਓਜ਼ ਤੁਸੀਂ ਵੱਧ ਤੋਂ ਵੱਧ ਅਸੀਂ ਕਰ ਸਕੀਏ। ਇਹ 'ਚ ਸਾਰਿਆਂ ਦੇ ਕੰਮ ਸਟਾਰਟ ਹੋ ਚੁੱਕੇ ਨੇ ਐਂਡ ਅਸੀਂ ਥੋੜ੍ਹੇ ਕਾਫੀ ਬਿਜ਼ੀ ਹਾਂ ਕਾਉਂਸਲਿੰਗ ਕਰਕੇ। ਸੋ ਪਲੀਜ਼ ਕੁਐਸਚਨਸ ਕਰਦੇ ਰਹੋ ਐਂਡ ਕੋਸ਼ਿਸ਼ ਕਰਾਂਗੇ ਕਿ ਅਸੀਂ ਟਾਈਮ ਵਾਈਜ਼ਲੀ ਕਿ ਅਸੀਂ ਆਨਸਰਸ ਦਿੰਦੇ ਰਹੀਏ। ਵਨਸ ਅਗੇਨ, ਆਪਣੇ ਬੁਰੇ ਵਿਵਹਾਰ ਨੂੰ ਇੱਕ ਕਿਤਾਬ ਮੰਨੋ, ਆਪਣੇ ਬੁਰੇ ਵਿਵਹਾਰ ਨੂੰ ਇੱਕ ਐਜੂਕੇਸ਼ਨ ਮੰਨੋ, ਆਪਣੇ ਬੁਰੇ ਵਿਵਹਾਰ ਨੂੰ ਇੱਕ ਪੜ੍ਹਾਈ ਮੰਨੋ ਕਿ ਮੈਂ ਇੱਥੋਂ ਵੀ ਸਿੱਖ ਸਕਦਾ ਵਾਂ। ਚੰਗੇ ਵਿਵਹਾਰ ਤੋਂ ਅਸੀਂ ਕੁਝ ਨਹੀਂ ਸਿੱਖਦੇ, ਪਰ ਮੈਂ ਵੀ ਸਿੱਖ ਸਕਦੇ ਹਾਂ, ਪਰ ਬੁਰੇ ਵਿਵਹਾਰ ਤੋਂ ਅਸੀਂ ਉਦੋਂ ਵੀ ਵੱਧ ਸਿੱਖਦੇ ਹਾਂ। ਸੋ ਜਦੋਂ ਅਸੀਂ ਕਾਮਯਾਬ ਹੋ ਜਾਂਦੇ ਉੱਥੇ ਕੋਈ ਸਿੱਖ ਨਹੀਂ, ਪਰ ਜਦੋਂ ਅਸੀਂ ਫੇਲ ਹੁੰਦੇ ਹਾਂ ਉੱਥੇ ਬਹੁਤ ਜ਼ਿਆਦਾ ਅਸੀਂ ਸਿੱਖ ਸਕਦੇ ਉੱਥੋਂ। ਸੋ ਵਨਸ ਅਗੇਨ, ਥੈਂਕ ਯੂ ਸੋ ਮਚ ਐਵਰੀਵਨ।